ਤੇ ਬੜੀ ਜ਼ਰੂਰੀ ਆ ਇਹ ਗੱਲ ਕਲੀਅਰ ਕਰਨੀ ਵੀ ਮੈਂ ਅਕਾਲੀ ਦਲ ਜਾਂ ਹੋਰ ਕੋਈ ਵੀ ਪਾਰਟੀ ਨਹੀਂ ਜੁਆਇਨ ਕਰ ਰਿਹਾ। ਤੁਸੀਂ ਨਿਸ਼ਚਿੰਤ ਰਹੋ ਇਸ ਗੱਲ ਤੋਂ ਵੀ ਤੁਹਾਡੇ ਜਜ਼ਬਾਤਾਂ ਤੇ ਕਿਤੇ ਦੀਪ ਸਿੱਧੂ ਕੰਪਰੋਮਾਈਜ਼ ਕਰ ਜੂਗਾ, ਸਮਝੌਤਾ ਕਰ ਜੂਗਾ ਜਾਂ ਅਸੀਂ ਪੰਜਾਬ ਦੇ ਹੱਕਾਂ ਨਾਲ ਸਮਝੌਤਾ ਕਰ ਜਾਾਂਗੇ। ਇਹ ਕਦੇ ਹੋ ਹੀ ਨਹੀਂ ਸਕਦਾ। ਸਿਧਾਂਤਕ ਲੜਾਈ ਲੜ ਰਹੇ ਹਾਂ ਆਪਾਂ ਤੇ ਆਪਦੇ ਸਿਧਾਂਤਾਂ ਤੇ ਪੰਜਾਬ ਦੇ ਹੱਕਾਂ ਨਾਲ कदे भी समझौता नहीं करांगे। तो हरियाणा ने इस संघर्ष को शुरू किया और पंजाब ने दिल्ली जाने के लिए और पंजाब ने 26 तारीख को उसी रूपरेखा को बरकरार रखा। स्पेशली इस संघर्ष ने हरियाणा और पंजाब की जो कुछ दूरी थी उसको भी मिटा दिया और हमें एक कर दिया। तो हरियाणा के अगेंस्ट तो मैं कभी कोई बात कर ही नहीं सकता क्योंकि वो भी हमारे ही है। हरियाणा हमारा भाई है। हरियाणा वालों ने जो संघर्ष का साथ दिया है, जिस तरह संघर्ष लड़ा है और जिस तरह हम हरियाणा में बैठे हैं वहाँ आप लोगों ने सेवा की है, वो बाकमाल है। ਬੱਬੂ ਮਾਨ ਬਾਈ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਜਿਹੜਾ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਲਹਿਰਾਇਆ ਗਿਆ ਨਾ, ਉਹ ਕੁਝ ਗਲਤ ਨਹੀਂ ਹੋਇਆ। ਅਸੀਂ ਬੜੇ ਸ਼ਾਂਤਮਈ ਇੱਕ ਖਾਲੀ ਪੋਲ ਤੇ ਜਾ ਕੇ ਸਾਡੀ ਸੰਗਤ ਨੇ ਨਿਸ਼ਾਨ ਸਾਹਿਬ ਆਪਦਾ ਉੱਥੇ ਤੇ ਕਿਸਾਨੀ ਝੰਡਾ ਇੱਕ ਪ੍ਰੋਟੈਸਟ ਰੋਸ ਵਜੋਂ ਸਰਕਾਰ ਨੂੰ ਜਗਾਉਣ ਖਾਤਰ ਅਸੀਂ ਲਾਤਾ। ਬੱਬੂ ਮਾਨ ਨਾਲ ਮੇਰਾ ਕੋਈ ਨਿੱਜੀ ਵੈਰ ਵਿਰੋਧ ਨਹੀਂ ਆ, ਉਹ ਗੱਲ ਸਿਧਾਂਤਕ ਆ, ਗੱਲ ਜ਼ਮੀਰਾਂ ਦੀ ਆ। ਉਹ ਜਦੋਂ ਬਿਆਨ ਦੇਣ ਤਾਂ ਉਹ ਡਟ ਕੇ ਸਪਸ਼ਟ ਰੂਪ 'ਚ ਬਿਆਨ ਦੇਣ। ਸਿੱਖ ਪ੍ਰਚਾਰਕੋਂ ਤੁਹਾਡੇ ਨਾਲ ਆਰਗਿਊ ਕਰਦਾ ਤਾਂ ਮੈਂ ਸੋਭਦਾ ਹੀ ਨਹੀਂ। ਤੁਹਾਨੂੰ ਤਾਂ ਬੜਾ ਪਤਾ ਹੋਣਾ ਚਾਹੀਦਾ ਸੀ। ਤੁਸੀਂ ਜਿਹੜੀ ਅਧਿਆਤਮ ਨੂੰ ਮਨੁੱਖੀ ਬੁੱਧੀ ਦੇ ਥਰੂ ਐਕਸਪਲੇਨ ਕਰਦੇ ਹੋ ਨਾ, ਤੁਹਾਡੇ ਬਹੁਤ ਵੀਡੀਓਜ਼ ਪਈਆਂ, ਤੁਸੀਂ ਪਲੀਜ਼ ਆਪ ਜਾ ਕੇ ਦੇਖੋ। ਦੁਬਾਰਾ ਕਹਿਣਾ ਵੀ ਮੈਂ ਤੁਹਾਡੇ ਨਾਲ ਆਰਗਿਊ ਕਰਦਾ ਸੋਭਦਾ ਨਹੀਂ। ਇੱਕ ਨਾ ਤੁਸੀਂ ਸਰਕਾਰ ਦੀਆਂ ਐਨਕਾਂ ਲਾ ਕੇ ਪਾਸੇ ਰੱਖੋ। ਜਿਹੜੇ ਢੱਡਰੀਆਂ ਵਾਲੇ ਬਾਬੇ ਆ ਉਹਨਾਂ ਨੇ ਜਿਸ ਤਰ੍ਹਾਂ ਧਰਮ ਨੂੰ, ਜਿਸ ਤਰ੍ਹਾਂ ਗੁਰੂ ਨੂੰ, ਗਿਆਨ ਨੂੰ, ਅਧਿਆਤਮ ਨੂੰ ਡਿਫਾਈਨ ਕੀਤਾ, ਉਹ ਇੱਕ ਨਵੇਂ ਗਿਆਨ ਵਿਗਿਆਨ ਤੇ ਇੱਕ ਮਾਡਰਨ ਜਿਹੜੀ ਇਹ ਐਜੂਕੇਸ਼ਨ ਚੱਲ ਰਹੀ ਆ ਉਸ ਆਧਾਰ ਤੇ ਡਿਫਾਈਨ ਕਰੀ ਜਾਂਦੇ ਆ। ਇੱਕ ਵਾਰੀ ਤਾਂ ਇਸ ਨੈਰੇਟਿਵ 'ਚ ਸਾਡੀ ਲੀਡਰਸ਼ਿਪ ਵੀ ਆਈ, ਉਹਨਾਂ ਨੇ ਸਾਥ ਦਿੱਤਾ। ਹੁਣ ਉਦੋਂ ਤਾਂ ਉੱਥੇ ਹੋ ਸਕਦਾ ਸਾਡੇ ਬੰਦੇ ਆਈਸੋਲੇਟ ਹੋ ਗਏ, ਹੁਣ ਨਿਸ਼ਾਨ ਸਾਹਿਬ ਵੀ ਘਟ ਗਏ ਹੁਣ, ਤੇ ਅਸੀਂ ਦੇਖਿਆ ਵੀ ਉੱਥੇ ਨਿਸ਼ਾਨ ਸਾਹਿਬ ਸੰਸਕਾਰ ਵੀ ਹੋਏ ਉਸੇ ਡਰ 'ਚੋਂ, ਜਿਹੜਾ ਡਰ ਮਾਨਸਿਕਤਾ 'ਚ ਪਾਤਾ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਚਾਰ ਗੱਲਾਂ ਸੰਗਤ ਦੇ ਨਾਲ ਰੂਬਰੂ ਹੋ ਕੇ ਕਰਨੀਆਂ ਸੀ ਜਿਹੜੀਆਂ ਬੜੀਆਂ ਜ਼ਰੂਰੀ ਆ, ਕਿਉਂਕਿ ਬੜੇ ਤਰ੍ਹਾਂ ਦੇ ਭਰਮ ਤੇ ਭੁਲੇਖੇ ਪਾ ਦਿੱਤੇ ਜਾਂਦੇ ਆ। ਉਹ ਦੋ ਚਾਰ ਗੱਲਾਂ ਹੈ ਕੀ? ਪਹਿਲੀ ਗੱਲ ਜਿਹੜੀ ਮੈਂ ਕਲੀਅਰ ਕਰਨੀ ਆ ਤੇ ਬੜੀ ਜ਼ਰੂਰੀ ਆ ਇਹ ਗੱਲ ਕਲੀਅਰ ਕਰਨੀ ਵੀ ਮੈਂ ਅਕਾਲੀ ਦਲ ਜਾਂ ਹੋਰ ਕੋਈ ਵੀ ਪਾਰਟੀ ਨਹੀਂ ਜੁਆਇਨ ਕਰ ਰਿਹਾ। ਸੋ ਜਿਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ, ਜਿਸ ਤਰ੍ਹਾਂ ਦਾ ਇੱਕ ਬਿਰਤਾਂਤ ਜਾਂ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਵੀ ਦੀਪ ਸਿੱਧੂ ਅਕਾਲੀ ਦਲ ਜੁਆਇਨ ਕਰ ਰਿਹਾ, ਇਹ ਕਿਸੇ ਗੱਲ 'ਚ ਕੋਈ ਆਧਾਰ ਨਹੀਂ ਆ। ਇਹ ਬਿਨਾਂ ਆਧਾਰ ਤੋਂ ਕੀਤੀਆਂ ਹੋਈਆਂ ਗੱਲਾਂ। ਸੋ ਮੈਂ ਕੋਈ ਵੀ ਪਾਰਟੀ ਜਾਂ ਅਕਾਲੀ ਦਲ ਨਹੀਂ ਜੁਆਇਨ ਕਰ ਰਿਹਾ। ਤੁਸੀਂ ਨਿਸ਼ਚਿੰਤ ਰਹੋ ਇਸ ਗੱਲ ਤੋਂ ਵੀ ਤੁਹਾਡੇ ਜਜ਼ਬਾਤਾਂ ਤੇ ਕਿਤੇ ਦੀਪ ਸਿੱਧੂ ਕੰਪਰੋਮਾਈਜ਼ ਕਰ ਜੂਗਾ, ਸਮਝੌਤਾ ਕਰ ਜੂਗਾ ਜਾਂ ਅਸੀਂ ਪੰਜਾਬ ਦੇ ਹੱਕਾਂ ਨਾਲ ਸਮਝੌਤਾ ਕਰ ਜਾਾਂਗੇ। ਇਹ ਕਦੇ ਹੋ ਹੀ ਨਹੀਂ ਸਕਦਾ। ਸਿਧਾਂਤਕ ਲੜਾਈ ਲੜ ਰਹੇ ਹਾਂ ਆਪਾਂ ਤੇ ਆਪਦੇ ਸਿਧਾਂਤਾਂ ਤੇ ਪੰਜਾਬ ਦੇ ਹੱਕਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰਾਂਗੇ। ਦੂਜੀ ਗੱਲ ਜਿਹੜੀ ਬਹੁਤ ਜ਼ਰੂਰੀ ਆ, ਇੱਕ ਪੰਜਾਬ ਹਰਿਆਣਾ ਦੀ ਲੜਾਈ ਵਿੱਢ ਦਿੱਤੀ ਗਈ ਆ ਵੀ ਦੀਪ ਸਿੱਧੂ ਨੇ ਹਰਿਆਣਾ ਦੇ ਲਈ ਕੁਝ ਕਿਹਾ। ਇਸ ਗੱਲ ਨੂੰ ਮੈਂ ਦੁਬਾਰਾ ਫੇਰ ਸੰਬੋਧਨ ਕਰ ਦਿੰਦਾ ਔਰ ਇਹਨੂੰ ਹਿੰਦੀ 'ਚ ਗੱਲ ਕਰਦੇ ਹਾਂ ਤਾਂ ਕਿ ਸਾਡੇ ਹਰਿਆਣੇ ਵਾਲੇ ਜਿਹੜੇ ਭਰਾ ਉਹਨਾਂ ਦੇ ਵੀ ਗੱਲ ਸਮਝ 'ਚ ਆ ਜੇ। ਜਦੋਂ 25 ਤਰੀਕ ਨੂੰ ਤੇ 26 ਤਰੀਕ ਨੂੰ ਨਵੰਬਰ ਨੂੰ जब 25 और 26 नवंबर हमने फैसला किया भी हम दिल्ली जाएंगे पंजाब और हरियाणा से, सो 25 नवंबर को जो इस आंदोलन का, हमारे संघर्ष का जो एक रूप रेखा तय करनी थी वो हरियाणा ने तय की। हरियाणा ने उस दिन बैरिकेड भी तोड़े, उस दिन वाटर कैनन्स को भी बंद किया और उखाड़ उखाड़ फेंका। तो एक संघर्ष का एक चेहरा और एक रूपरेखा जिसको तय किया गया, जो मिथी गई, वो हरियाणा ने मिथी। सो हरियाणा ने इस संघर्ष को शुरू किया और पंजाब ने दिल्ली जाने के लिए और पंजाब ने 26 तारीख को
उसी रूपरेखा को बरकरार रखा। सो हरियाणा और पंजाब तो कभी आपस में अलग हो ही नहीं सकते, और स्पेशली इस संघर्ष ने हरियाणा और पंजाब की जो कुछ दूरी थी उसको भी मिटा दिया और हमें एक कर दिया। हरियाणा के जो हमारे लोग हैं उनके ऊपर मुझे गर्व है, आई एम प्राउड ऑफ देम। और दूसरी बात, जब मैं जेल में बैठा था तो मुझे हरियाणा वालों ने ही संभाला, मेरे तो दोस्त बहुत हरियाणा में हैं। सो हरियाणा के अगेंस्ट तो मैं कभी कोई बात कर ही नहीं सकता क्योंकि वो भी हमारे ही हैं। पर जो मैं बात कर रहा था वो थी क्या थी, वो मैं पॉलिटिकल स्ट्रक्चर की या पॉलिटिकल स्ट्रगल की बात कर रहा था। पंजाब और हरियाणा के जो मसले हैं और समस्याएं हैं वो अलग अलग हैं, ये तो किसी अंधे को भी पता होगा। पंजाब आज अगर किसानी का संघर्ष अपना लड़ रहा है तो साथ में पंजाब के मसले, पंजाब अपनी भाषा का, जिन्हों माँ बोली पंजाबी कहने हैं, उसका भी संघर्ष लड़ता है। पंजाब अपने पानियों का भी संघर्ष लड़ता है। पंजाब, हमारे यहाँ से प्रवास इतना हो रहा है, अभी हमारे जो नौजवान हैं वो छोड़ कर अमेरिका, कनाडा, ऑस्ट्रेलिया जा रहे हैं, वो भी एक संघर्ष है हमारा। हमारा यहाँ जो कैंसर बेल्ट है, जिस तरह की फसलें हमें दे दी गई हैं, जो ग्रीन रेवोल्यूशन जब आया था तो वो भी एक हम संघर्ष लड़ रहे हैं। पंजाब के नौजवान जिनको बोला जा रहा था उड़ता पंजाब नशे में पड़ गए हैं, तो वो भी एक संघर्ष है। हमारा संघर्ष, हमारे जो फ़लसफ़े हैं, हमारा श्री गुरु ग्रंथ साहब की जिस तरह निरादर होता है वो भी एक संघर्ष है। तो पंजाब की जो मसले हैं वो किसानी के साथ साथ और भी बड़े मसले हैं जो पंजाब के आज मौजूदा मसले बने हुए हैं और हरियाणा के अलग हैं। सो इस चीज़ को अगर समझिए तो जब कोई पॉलिटिकल स्ट्रगल होती है, जब हम सरकार के साथ लड़ते हैं, तो हरियाणा का संघर्ष हमेशा ही एक इंडियन सेंट्रिक होता है, क्योंकि उनका जो इतिहास है वो 1966 से शुरू हुआ है। उससे पहले तो हमारा एक कॉमन, एक साझा इतिहास है। हमारा पंजाब में इंडियन सेंट्रिक संघर्ष नहीं है, पंजाब में बड़ी तरह के संघर्ष लड़े गए हैं। पंजाब में अगर आप देखिए तो पंजाब में जिस तरह का हम संघर्ष पीसफुल लड़ रहे हैं ये भी लड़ा गया है। पंजाब में आर्म स्ट्रगल भी लड़ी गई है पंजाब में, और 1984 में जो सब कुछ हुआ वो भी हम सब ने विटनेस किया है। सो इसलिए अगर मैं कोई स्ट्रगल की बात करूं और पॉलिटिकल स्ट्रगल की बात करूं तो पंजाब से जिस तरह सरकार डील करती है और हरियाणा से डील करती है वो कंप्लीटली डिफरेंट है। सो उसी संदर्भ में मैंने वो बात की थी, बल्कि इस चीज़ को किसी भी नेगेटिव वे में नहीं लिया जाना चाहिए। अगर किसी को भी मेरे कहे हुए लफ्ज़ या जो मैंने बोला उससे कोई कन्फ्यूजन पैदा हुई है या किसी के दिल में कोई ठेस पहुंची है, तो मैं अपने लफ्ज़ रीफ्रेज करता हूं, उनको दोबारा ये बोलता हूं भी हरियाणा हमारा भाई है। हरियाणा वालों ने जो संघर्ष का साथ दिया है, जिस तरह संघर्ष लड़ा है और जिस तरह हम हरियाणा में बैठे हैं वहाँ आप लोगों ने सेवा की है, वो बाकमाल है। आई एम रियली प्राउड ऑफ ऑल ऑफ यू। हमारी जो एक सांझ है, हमारा प्यार है, वो बड़ा ही उसको हमें और ज़्यादा परपक्व और गूढ़ा, इसको क्या बोलते हैं, गहरा करना है। सो इसलिए इस चीज़ को कम्प्लीटली इग्नोर किया जाए। मेरे जो लफ्ज़ थे, अगर किसी तरह भी आपके दिल में उसकी ठेस पहुंची है तो आई एम रियली यू नो आई अपोलोजाइज एंड आई टेक इट बैक। दूसरी बात, हुण एक बब्बू मान ते मेरी कोई जिहड़ी प्रतिक्रिया सी ते उन्हां ते जिहड़ी मैं गल कही उहनूं किवें लिया गया। असीं ਜਦੋਂ ਸੰਘਰਸ਼ ਲੜ ਰਹੇ ਹਾਂ ਤੇ ਪੰਜਾਬ ਦੀ ਖਾਤਰ ਤੁਰੇ ਹਾਂ, ਉੱਥੇ ਆਪਾਂ ਨਿੱਜੀ ਵੈਰ ਵਿਰੋਧਤਾ ਨਹੀਂ ਪਾਲ ਕੇ ਤੁਰੇ ਨਾ। ਇਹ ਤਾਂ ਬਹੁਤ ਛੋਟੀ ਗੱਲ ਹੁੰਦੀ ਆ, ਇਹ ਬੜੀ ਛੋਟੀ ਗੱਲ ਹੁੰਦੀ ਆ ਵੀ ਅਸੀਂ ਨਿੱਜੀ ਵੈਰ ਵਿਰੋਧ ਪਾਲ ਕੇ ਤੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਨ ਲੱਗ ਜਾਈਏ। ਨਹੀਂ, ਮੇਰਾ ਬੱਬੂ ਮਾਨ ਉਹਨਾਂ ਨਾਲ ਕੋਈ ਵੀ ਨਿੱਜੀ ਵੈਰ ਵਿਰੋਧ ਨਹੀਂ ਆ। ਨਿੱਜ ਤੇ ਜਾਂ ਪਰਸਨਲੀ ਮੈਂ ਉਹਨਾਂ ਦੀ ਇੱਜ਼ਤ ਕਰਦਾ, ਪਰ ਜਦੋਂ ਸਿਧਾਂਤਕ ਗੱਲ ਆਉਂਦੀ ਆ, ਸਿਧਾਂਤਕ ਗੱਲ ਕੀ ਆ, 26 ਤਰੀਕ ਨੂੰ ਉਹਨਾਂ ਨੇ ਕਿਹਾ, ਜਦੋਂ ਮੈਂ ਆਪਦੇ ਮੇਰੇ ਜਿਹੜੇ ਮਾਂ-ਬਾਪ ਉਹ ਮੈਨੂੰ ਦੁੱਖ ਹੋਇਆ ਜਾਂ ਉਦੋਂ ਮੈਂ ਜੋ ਰੋਇਆ ਜਦੋਂ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ, 26 ਤਰੀਕ ਨੂੰ ਮੈਂ ਉਵੇਂ ਹੀ ਰੋਇਆ। ਹੁਣ ਤੁਸੀਂ ਇੱਕ ਗੱਲ ਨੂੰ ਸਮਝੋ, 26 ਤਰੀਕ ਨੂੰ ਹੋਇਆ ਕੀ ਸੀ? 26 ਤਰੀਕ ਨੂੰ ਤਾਂ ਇੱਕ ਜੋ ਨਿਸ਼ਾਨ ਸਾਹਿਬ ਦੇ ਉਲਟ ਸਾਡੇ ਉਸ ਚਿੰਨ੍ਹ, ਜੋ ਸਾਡਾ ਸੱਭਿਆਚਾਰਕ ਚਿੰਨ੍ਹ ਵੀ ਆ, ਸਾਡਾ ਧਾਰਮਿਕ ਚਿੰਨ੍ਹ ਵੀ ਆ, ਸਾਡਾ ਸਭ ਕੁਛ ਹੀ ਉਹ ਆ, ਉਹਦੇ ਉਲਟ ਇੱਕ ਬਿਰਤਾਂਤ, ਇੱਕ ਨੈਰੇਟਿਵ ਸਿਰਜਿਆ ਗਿਆ ਵੀ ਯਾਰ ਇਹ ਤਾਂ ਬਹੁਤ ਗਲਤ ਹੋ ਗਿਆ ਤੇ ਸਭ ਕੁਛ ਜਿਹੜੇ ਬੰਦੇ ਲਾਲ ਕਿਲੇ 'ਚ ਗਏ ਉਹ ਤਾਂ ਗੁੰਮਰਾਹ ਕੀਤੇ ਹੋਏ ਲੋਕ ਸੀ, ਉਹਨਾਂ ਨੂੰ ਜਿਵੇਂ ਕੁਛ ਪਤਾ ਹੀ ਨਹੀਂ ਸੀ। ਹੁਣ ਉਹ ਨੈਰੇਟਿਵ ਕਿਸ ਗੱਲ ਦੇ ਉਲਟ ਗਿਆ? ਉਹ ਨੈਰੇਟਿਵ ਇੱਕ ਉਸ ਵੇਲੇ ਪੰਜਾਬ ਦਾ ਜੋ ਸੱਭਿਆਚਾਰ ਆ, ਪੰਜਾਬ ਦਾ ਇੱਕ ਸੱਭਿਆਚਾਰਕ ਹਿੱਸਾ ਜਾਂ
ਧਰਮ ਦਾ ਸਾਡਾ ਇੱਕ ਚਿੰਨ੍ਹ ਆ ਉਹਦੇ ਉਲਟ ਗਿਆ, ਉਹਦੇ ਨਿਸ਼ਾਨ ਸਾਹਿਬ ਹੀ ਲਹਿਰਾਇਆ ਸੀ ਨਾ। ਹੁਣ ਜਦੋਂ ਤੁਸੀਂ ਕੁਝ ਬਿਆਨ ਦਿੰਦੇ ਹੋ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਤੁਹਾਡੇ ਮਨ 'ਚ ਕੀ ਆ, ਲੋਕਾਂ ਨੂੰ ਇਹ ਗੱਲ ਦਾ ਨਹੀਂ ਪਤਾ, ਲੋਕਾਂ ਨੇ ਤਾਂ ਤੁਹਾਡੇ ਬਿਆਨ ਨੂੰ ਸਮਝਣਾ ਹੁੰਦਾ। ਤੇ ਉਹਦੀ ਸਿੱਧੀ ਸਮਝ ਹੀ ਐਂ ਆਈ ਵੀ ਤੁਸੀਂ ਜੋ ਗੱਲ ਕਹੀ ਆ 26 ਤਰੀਕ ਨੂੰ ਜਿਹੜਾ ਨਿਸ਼ਾਨ ਸਾਹਿਬ ਚਲਾਇਆ ਗਿਆ ਉਹਦੇ ਉਲਟ ਗੱਲ ਕਹੀ ਆ। ਕਿਉਂਕਿ ਇੱਕ ਗੱਲ ਅਸੀਂ ਯਾਦ ਰੱਖੀਏ ਹਮੇਸ਼ਾ, ਅ ਮੈਨ ਵਿਲ ਆਲਵੇਜ਼ ਬੀ ਜਜਡ ਥਰੂ ਹਿਜ਼ ਕੰਡਕਟ, ਹਿਜ਼ ਸਬਸੀਕੁਐਂਟ ਕੰਡਕਟ ਐਂਡ ਹਿਜ਼ ਪੋਸਚਰਿੰਗ। ਇਹਦਾ ਮਤਲਬ ਕੀ ਆ, ਇਨਸਾਨ ਜਦੋਂ ਨਾ ਕੋਈ ਵੀ ਜੱਜ ਕੀਤਾ ਜਾਂਦਾ ਉਹ ਉਹਦੇ ਵਿਹਾਰ ਤੋਂ, ਉਹਦੀਆਂ ਗੱਲਾਂ ਬਾਤਾਂ ਤੋਂ, ਉਹਦੇ ਬਿਆਨਾਂ ਤੋਂ, ਤੇ ਉਹਦਾ ਕਿਸ ਤਰ੍ਹਾਂ ਦਾ ਪੋਸਚਰ ਆ, ਕਿਸੇ ਘਟਨਾ ਨੂੰ ਲੈ ਕੇ ਪ੍ਰਤੀਕਿਰਿਆ ਕੀ ਆ, ਉਸ ਗੱਲ ਤੋਂ ਜੱਜ ਕੀਤਾ ਜਾਂਦਾ। ਸਾਨੂੰ ਨਹੀਂ ਪਤਾ ਤੁਹਾਡੇ ਮਨ 'ਚ ਕੀ ਪਿਆ ਸੀ, ਅਸੀਂ ਅੰਤਰਯਾਮੀ ਥੋੜ੍ਹੀ ਆ। ਫਿਰ ਜਦੋਂ 26 ਤਰੀਕ ਨੂੰ ਤੁਹਾਡਾ ਫਰਜ਼ ਬਣਦਾ ਸੀ ਸਿਧਾਂਤ ਤੇ ਖੜਨਾ, ਸਿਧਾਂਤ ਦੀ ਪਹਿਰਾਦਾਰੀ ਕਰਨੀ, ਉਦੋਂ ਤੁਸੀਂ ਕਨਫਿਊਜ਼ਡ ਸਟੇਟਮੈਂਟ ਦੇ ਰਹੇ ਹੋ ਤੇ ਫਿਰ ਉਹਨੂੰ ਕਲੈਰੀਫਾਈ ਕਰ ਰਹੇ ਹੋ ਵੀ ਨਹੀਂ ਜੀ ਮੈਂ ਆਹ ਨਹੀਂ ਕਿਹਾ ਸੀ, ਮੈਂ ਤਾਂ ਆਹ ਕਿਹਾ ਸੀ। ਸੋ ਸਿਧਾਂਤਕ ਜਿਹੜੀ ਲੜਾਈ ਆ ਨਾ, ਉੱਥੇ ਅੱਜ ਦੀਪ ਸਿੱਧੂ ਇਹ ਗੱਲ ਸੰਗਤ ਸਾਹਮਣੇ ਕਬੂਲਦਾ ਵੀ ਸਿਧਾਂਤ ਤੇ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ। ਸਿਧਾਂਤ ਤੇ ਜਿਹੜੀ ਵਿਰੋਧਤਾ ਹੋਊਗੀ ਉਹ ਸਪਸ਼ਟ ਰੂਪ 'ਚ ਹੋਊਗੀ, ਚਾਹੇ ਕੋਈ ਵੀ ਹੋਵੇ। ਹਾਂ, ਪਰਸਨਲੀ ਮੇਰੀ ਕੋਈ ਲੜਾਈ ਨਹੀਂ ਆ, ਮੈਂ ਉਹਨਾਂ ਦੀ ਇੱਜ਼ਤ ਕਰਦਾ, ਪਰ ਸਿਧਾਂਤਕ ਤੌਰ ਤੇ ਆਪਦੀਆਂ ਜ਼ਮੀਰਾਂ ਨਹੀਂ ਮਾਰ ਸਕਦੇ। ਹਾਲਾਂਕਿ ਬੱਬੂ ਮਾਨ ਬਾਈ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਜਿਹੜਾ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਲਹਿਰਾਇਆ ਗਿਆ ਨਾ, ਉਹ ਕੁਛ ਗਲਤ ਨਹੀਂ ਹੋਇਆ। ਅਸੀਂ ਬੜੇ ਸ਼ਾਂਤਮਈ ਇੱਕ ਖਾਲੀ ਪੋਲ ਤੇ ਜਾ ਕੇ ਸਾਡੀ ਸੰਗਤ ਨੇ ਨਿਸ਼ਾਨ ਸਾਹਿਬ ਆਪਦਾ ਉੱਥੇ ਤੇ ਕਿਸਾਨੀ ਝੰਡਾ ਇੱਕ ਪ੍ਰੋਟੈਸਟ ਰੋਸ ਵਜੋਂ ਸਰਕਾਰ ਨੂੰ ਜਗਾਉਣ ਖਾਤਰ ਅਸੀਂ ਲਾਤਾ। ਤੇ ਉਹ ਤਾਂ ਬੜਾ ਇਤਿਹਾਸਕ ਦਿਨ ਸੀ ਜੇ ਤੁਸੀਂ ਸੰਘਰਸ਼ ਦੇ ਉਸ ਵਹਿਣ 'ਚ ਬਹਿ ਕੇ ਤੁਸੀਂ ਉਸ ਗੱਲ ਨੂੰ ਸਮਝੋਗੇ। ਹੋਰ ਬੜੀ ਗੱਲ ਆ ਵੀ ਬੜੇ ਲੋਕ ਇਹ ਸੋਚਦੇ ਆ ਵੀ ਬੜਾ ਵੱਡਾ ਨੁਕਸਾਨ ਹੋ ਜਾਣਾ ਸੀ। ਨਹੀਂ, ਨੁਕਸਾਨ ਤਾਂ ਉਸ ਗੁਰੂ ਸਾਹਿਬ ਨੇ ਜਦੋਂ ਸਾਡੀ ਅੰਗ ਸੰਗ ਸਹਾਈ ਆ, ਸਾਨੂੰ ਉਸ ਨੁਕਸਾਨ ਤੋਂ ਤਾਂ ਬਚਾਇਆ ਨਾ। ਨਹੀਂ ਹੋਇਆ ਇਹਦਾ ਮਤਲਬ ਉਹ ਗੁਰੂ ਦੀ ਰਜ਼ਾ 'ਚ ਹੀ ਸਭ ਕੁਝ ਚੱਲ ਰਿਹਾ ਸੀ। ਨੁਕਸਾਨ ਤਾਂ ਬਹੁਤ ਹੋਰ, ਅਸੀਂ ਜਿਸ ਤਰ੍ਹਾਂ 26 ਨਵੰਬਰ ਨੂੰ ਗਏ ਸੀ, ਫਿਰ 26 ਜਨਵਰੀ ਤੱਕ ਉੱਥੇ ਬੈਠੇ ਸੀ, ਕਦੇ ਵੀ ਹੋ ਸਕਦਾ ਸੀ ਸਾਡਾ। ਸੋ ਜੇ ਸਾਡੇ ਗੁਰੂ ਅੰਗ ਸੰਗ ਸਹਾਈ ਆ ਸਾਡਾ, ਤੇ ਅਸੀਂ ਆਪਦੇ ਜਿਹੜੇ ਸਿਧਾਂਤ ਤੇ ਪਹਿਰਾ ਹੀ ਨਾ ਦਈਏ ਤੇ ਸਿਧਾਂਤ ਤੇ ਸਪਸ਼ਟਤਾ ਨਾ ਰੱਖੀਏ, ਤੇ ਅਸੀਂ ਜੇ ਕੋਈ ਆਪਦੀ ਭਾਸ਼ਾ ਜਾਂ ਬਿਆਨਬਾਜ਼ੀ ਇਹੋ ਜਿਹੀ ਕਰੀਏ ਉਹਦਾ ਕੋਈ ਵੀ ਮਤਲਬ ਨਿਕਲ ਸਕਦਾ। ਤੇ 26 ਤਰੀਕ ਨੂੰ ਉਹਦਾ ਜੋ ਮਤਲਬ ਨਿਕਲਿਆ ਉਹ ਤੁਹਾਨੂੰ ਵੀ ਪਤਾ, ਤੇ ਤੁਹਾਨੂੰ ਮੁੜ ਕੇ ਆ ਕੇ ਉਹਦੇ ਤੇ ਸਫਾਈ ਦੇਣੀ ਪਈ। ਇਹਦਾ ਮਤਲਬ ਕੀ ਸੀ? ਇਹਦਾ ਮਤਲਬ ਇਹੀ ਸੀ, ਤੁਹਾਡੇ ਬਿਆਨ ਨੇ 26 ਤਰੀਕ ਨੂੰ ਜੋ ਇੱਕ ਨੈਰੇਟਿਵ ਸਿਰਜਿਆ ਗਿਆ ਸੀ ਵੀ ਨਿਸ਼ਾਨ ਸਾਹਿਬ ਲਾ ਕੇ ਤੇ ਕਿਸਾਨੀ ਝੰਡਾ ਲਾ ਕੇ ਇਹ ਤਾਂ ਯਾਰ ਸੰਘਰਸ਼ ਨੂੰ ਢਾਹ ਲੱਗ ਗਈ, ਉਹਨੂੰ ਹੀ ਹੈਲਪ ਕੀਤੀ ਆ, ਨਾ ਕਿ ਸਿਧਾਂਤ ਤੇ ਤੁਸੀਂ ਪਹਿਰਾ ਦਿੱਤਾ। ਸੋ ਇਸ ਕਰਕੇ ਸਿਧਾਂਤਕ ਵਖਰੇਵਾਂ, ਸਿਧਾਂਤ ਤੇ ਜਦੋਂ ਵੀ ਕਿਤੇ ਗੱਲ ਆਊਗੀ ਜੇ ਕਿਤੇ ਸਾਡੇ 'ਚ ਉੱਥੇ ਵਖਰੇਵੇਂ ਆ, ਤੇ ਸਿਧਾਂਤ ਕੀ ਆ? ਸਿਧਾਂਤ ਸਾਡਾ ਨਿਸ਼ਾਨ ਸਾਹਿਬ ਦਾ ਸਿਧਾਂਤ ਆ, ਸਰਬੱਤ ਦੇ ਭਲੇ ਦਾ ਸਿਧਾਂਤ ਆ, ਉਸ ਚਿੰਨ੍ਹ ਦਾ ਸਿਧਾਂਤ ਆ ਜਿਹਦੇ ਅਧੀਨ ਸਾਨੂੰ ਮਲਕੀਅਤ ਮਿਲੀ ਆ, ਸਾਨੂੰ ਜ਼ਮੀਨਾਂ ਮਿਲੀਆਂ, ਅਸੀਂ ਸਰਦਾਰ ਬਣੇ ਆ, ਅਸੀਂ ਜ਼ਮੀਨਾਂ ਦੇ ਮਾਲਕ ਬਣੇ ਆ। ਸੋ ਸਾਡੇ ਉਸ ਸਿਧਾਂਤ ਤੋਂ, ਸਾਡੇ ਉਹਨਾਂ ਚਿੰਨ੍ਹਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਉਹਨਾਂ ਚਿੰਨ੍ਹਾਂ ਤੋਂ ਅਸੀਂ ਪਾਸੇ ਜਾ ਕੇ ਆਪਦੀਆਂ ਜ਼ਮੀਨਾਂ ਨਹੀਂ ਬਚਾ ਸਕਦੇ। ਪਹਿਲਾਂ ਜ਼ਮੀਰ ਜਿਉਂਦੀ ਰੱਖਣੀ ਪਊਗੀ, ਫਿਰ ਜ਼ਮੀਨ ਬਚਾਉਣੀ ਪਊਗੀ। ਸੋ ਫਿਰ ਹੀ ਜ਼ਮੀਨ ਬਚੂਗੀ। ਜੇ ਜ਼ਮੀਰ ਜਿਉਂਦੀ ਨਹੀਂ ਹੈ ਤਾਂ ਅੱਜ ਗਈ ਕਿ ਕੱਲ੍ਹ ਗਈ। ਇਸ ਕਰਕੇ ਜਦੋਂ ਸਿਧਾਂਤ ਤੇ ਗੱਲ ਆਵੇ ਉਦੋਂ ਸਪਸ਼ਟਤਾ ਹੋਣੀ ਬਹੁਤ ਜ਼ਰੂਰੀ ਆ। ਇਹ ਗੱਲ ਮੈਂ ਕਲੀਅਰ ਕਰ ਦੇਣੀ ਆ। ਬਾਕੀ ਕਿਸੇ ਤਰ੍ਹਾਂ ਦਾ ਕੋਈ ਨਿੱਜੀ ਵੈਰ ਵਿਰੋਧ ਨਹੀਂ ਆ। ਸਿਧਾਂਤ ਤੇ ਮੈਂ ਕਿਸੇ ਨੂੰ ਨਹੀਂ ਬਖਸ਼ਣਾ, ਚਾਹੇ ਫਿਰ ਕੋਈ ਵੀ ਹੋਵੇ। ਇਸ ਕਰਕੇ ਇਸ ਗੱਲ ਨੂੰ ਕਿਸੇ ਨਿੱਜ ਦੇ ਥਰੂ ਨਾ ਦੇਖਿਆ ਜਾਵੇ। ਇਹ ਗੱਲ ਇੱਕ ਵੱਡੇ ਪਰਪਸ 'ਚ ਕਹੀ ਹੋਈ ਗੱਲ ਸੀ। ਅਗਲੀ ਗੱਲ ਜਿਹੜੀ ਬਾਬਾ ਢੱਡਰੀਆਂ ਵਾਲੇ ਆ ਉਹਨਾਂ ਬਾਰੇ ਗੱਲ ਕਹੀ ਸੀ, ਉਹਨਾਂ ਨੂੰ ਮੈਂ ਇੱਕ ਹੋਰ ਬੇਨਤੀ ਕਰਦਾ ਵੀ ਤੁਸੀਂ ਸਿੱਖ ਪ੍ਰਚਾਰਕ ਹੋ, ਤੁਹਾਡੇ ਨਾਲ ਆਰਗਿਊ ਕਰਦਾ ਤਾਂ ਮੈਂ ਸੋਭਦਾ ਹੀ ਨਹੀਂ। ਤੁਹਾਨੂੰ ਤਾਂ ਬੜਾ ਪਤਾ ਹੋਣਾ ਚਾਹੀਦਾ ਸੀ। ਤੁਸੀਂ ਜਿਹੜੀ ਅਧਿਆਤਮ ਨੂੰ ਮਨੁੱਖੀ ਬੁੱਧੀ ਦੇ ਥਰੂ ਐਕਸਪਲੇਨ ਕਰਦੇ ਹੋ ਨਾ, ਤੁਹਾਡੇ ਬਹੁਤ ਵੀਡੀਓਜ਼ ਪਈਆਂ, ਤੁਸੀਂ ਪਲੀਜ਼ ਆਪ ਜਾ ਕੇ ਦੇਖੋ। ਅਧਿਆਤਮ ਨੂੰ ਤੇ ਗਿਆਨ ਨੂੰ ਸਿਰਫ ਤੁਸੀਂ ਦਿਮਾਗ ਤੱਕ, ਵੀ ਦਿਮਾਗ 'ਚ ਗਿਆਨ ਗ੍ਰਹਿਣ ਕਰੋ, ਇੱਥੋਂ ਤੱਕ ਸੀਮਤ ਕਰਦੇ ਹੋ। ਗਿਆਨ ਤਾਂ ਆਤਮਾ ਨਾਲ ਸੰਬੰਧ ਹੁੰਦਾ ਤੇ ਅਧਿਆਤਮ ਦਾ ਸੰਬੰਧ ਵੀ ਆਤਮਾ ਨਾਲ ਆ। ਸੋ ਇਸ ਕਰਕੇ ਤੁਸੀਂ ਜਿਸ ਤਰ੍ਹਾਂ ਵੀ ਗੁਰੂ ਜਿਹੜਾ ਤੇ ਗਿਆਨ ਕੀ ਆ, ਇੱਕ ਜਿਹੜਾ ਅਸੀਂ ਅੱਜ ਪੂਜੀ ਜਾਂਦੇ ਆ ਜਿਹਨੂੰ, ਉਹ ਤਾਂ ਜਰੀਆ, ਤੇ ਗਿਆਨ ਗੁਰੂ ਆ,
ਤੇ ਗਿਆਨ ਨੂੰ ਤਾਂ ਇੱਥੇ ਦਿਮਾਗ 'ਚ ਅਸੀਂ ਸਮਝਣਾ ਹੁੰਦਾ। ਨਹੀਂ, ਅਧਿਆਤਮ ਦੀਆਂ ਗੱਲਾਂ ਜਿਹੜੀਆਂ ਉਹ ਬੜੀਆਂ ਵੱਖਰੀਆਂ ਹੁੰਦੀਆਂ। ਅਧਿਆਤਮ ਦੀਆਂ ਗੱਲਾਂ ਵਿਆਖਿਆ ਤੋਂ ਵੀ ਪਰਾਂ ਦੀਆਂ ਹੁੰਦੀਆਂ। ਉਹ ਤਾਂ ਰੂਹਾਂ ਦੇ ਰਿਸ਼ਤੇ ਆ, ਤੇ ਰੂਹਾਂ ਦੀ ਗੱਲ ਅਸੀਂ ਦਿਮਾਗ ਤੱਕ ਨਹੀਂ ਸੀਮਿਤ ਕਰ ਸਕਦੇ, ਮਨੁੱਖੀ ਬੁੱਧੀ ਤੱਕ ਸੀਮਿਤ ਨਹੀਂ ਕਰ ਸਕਦੇ। ਤੁਹਾਨੂੰ ਇਹਨਾਂ ਗੱਲਾਂ ਬਾਰੇ ਜ਼ਿਆਦਾ ਪਤਾ, ਸੋ ਇਸੇ ਕਰਕੇ ਜੇ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਤਾਂ ਮੈਂ ਦੁਬਾਰਾ ਕਹਿਣਾ ਵੀ ਮੈਂ ਤੁਹਾਡੇ ਨਾਲ ਆਰਗਿਊ ਕਰਦਾ ਸੋਭਦਾ ਨਹੀਂ। ਇੱਕ ਨਾ ਤੁਸੀਂ ਸਰਕਾਰ ਦੀਆਂ ਐਨਕਾਂ ਲਾ ਕੇ ਪਾਸੇ ਰੱਖੋ। ਸਰਕਾਰ ਜਿਵੇਂ ਗੱਲਾਂ ਨੂੰ ਦੇਖਦੀ ਆ ਜਾਂ ਡਿਫਾਈਨ ਕਰਦੀ ਆ, ਉਸ ਤਰ੍ਹਾਂ ਤੁਸੀਂ ਗੁਰੂ ਨੂੰ ਤੇ ਗਿਆਨ ਨੂੰ ਡਿਫਾਈਨ ਨਾ ਕਰੋ। ਜਾਂ ਜਿਵੇਂ ਤੁਸੀਂ ਕਿਹਾ ਵੀ ਇਹ ਗਰਮ ਖਿਆਲੀਏ, ਨਹੀਂ, ਮੈਂ ਤੁਹਾਨੂੰ ਬਾਬਾ ਜੀ ਗੱਲ ਇਹ ਕਹਿਣਾ, ਬੇਨਤੀ ਕਰਦਾ ਵੀ ਗਰਮ ਖਿਆਲੀ ਕੁਛ ਨਹੀਂ ਹੁੰਦਾ, ਨਰਮ ਖਿਆਲੀ ਵੀ ਕੁਛ ਨਹੀਂ ਹੁੰਦਾ। ਕਈ ਬੰਦਿਆਂ ਨੇ ਸਾਰੀ ਉਮਰ ਸੋਟੀ ਨਹੀਂ ਕਿਸੇ ਦੇ ਮਾਰੀ ਹੁੰਦੀ, ਉਹ ਬੜੇ ਵੱਡੇ ਯੋਧੇ ਬਣ ਜਾਂਦੇ ਆ, ਹਨਾ। ਉਹ ਸਰਕਮਸਟੈਂਸਸ ਕੀ ਆ, ਸਿਚੁਏਸ਼ਨ ਕੀ ਆ, ਉਹਨਾਂ ਦਾ ਪ੍ਰੇਰਨਾ ਦਾ ਸਰੋਤ ਕੀ ਆ, ਇਹ ਗੱਲ ਡਿਸਾਈਡ ਕਰਦੀ ਆ ਵੀ ਉਸ ਵੇਲੇ ਉਹ ਗਰਮ ਖਿਆਲੀ ਆ ਕਿ ਨਰਮ ਖਿਆਲੀ ਆ। ਸੋ ਇਹ ਤਾਂ ਸਰਕਾਰ ਦੀਆਂ ਬਣਾਈਆਂ ਹੋਈਆਂ, ਇਹ ਕੰਪਾਰਟਮੈਂਟਲਾਈਜੇਸ਼ਨ ਕੀਤੀ ਹੋਈ ਆ ਸਰਕਾਰ ਦੀ, ਜਾਂ ਜਿਹੜਾ ਸਟੇਟ ਆ ਇਹ ਉਹਨਾਂ ਦੀ ਕੰਪਾਰਟਮੈਂਟਲਾਈਜੇਸ਼ਨ ਜਾਂ ਉਹਨਾਂ ਦੀ ਬਾਈਨਰੀਜ਼ ਜਾਂ ਧਿਰਾਂ ਕ੍ਰੀਏਟ ਕੀਤੀਆਂ ਹੋਈਆਂ ਵੀ ਆਹ ਫਲਾਨਾ ਨਰਮ ਖਿਆਲੀ ਆ ਤੇ ਆਹ ਗਰਮ ਖਿਆਲੀ ਆ। ਅਦਰਵਾਈਜ਼ ਸਰਕਮਸਟੈਂਸਸ ਡਿਸਾਈਡ ਕਰਦੇ ਆ ਬੰਦੇ ਦਾ ਬਿਹੇਵੀਅਰ ਕੀ ਆ ਤੇ ਉਸ ਬਿਹੇਵੀਅਰ ਦੇ ਨਾਲ ਤੁਸੀਂ ਐਕਸ਼ਨ ਕੀ ਲੈ ਰਹੇ ਹੋ। ਸੋ ਮੇਰੀ ਬੇਨਤੀ ਇੰਨੀ ਆ, ਜਿਸ ਤਰ੍ਹਾਂ ਤੁਸੀਂ ਆ ਨਵੇਂ ਗਿਆਨ ਵਿਗਿਆਨ ਜਾਂ ਮਾਡਰਨ ਐਜੂਕੇਸ਼ਨ ਦੇ ਥਰੂ ਅਧਿਆਤਮ ਨੂੰ, ਗੁਰੂ ਨੂੰ ਤੇ ਗਿਆਨ ਨੂੰ ਡਿਫਾਈਨ ਕਰਦੇ ਹੋ, ਇਹਦੇ ਬਾਰੇ ਤੁਹਾਨੂੰ ਇੱਕ ਵਾਰੀ ਦੁਬਾਰਾ ਆਪ ਸੋਚਣਾ ਚਾਹੀਦਾ ਜੀ। ਤੀਜੀ ਗੱਲ ਜਿਹੜੀ ਬੜੀ ਜ਼ਰੂਰੀ ਹੈ, ਇੱਕ ਹੋਰ ਗੱਲ ਆਪਣੀ ਕਰਨੀ ਆ ਵੀ ਅੱਜ ਤੱਕ ਮੈਂ ਇਹ ਕਹਿੰਦਾ ਆ ਰਿਹਾ, ਸੰਘਰਸ਼ ਸਾਡਾ ਸਾਂਝਾ, ਅਸੀਂ ਇਕੱਠੇ ਹੋ ਕੇ ਲੜੀਏ। ਚਲੋ ਪੁਰਾਣੀਆਂ ਗੱਲਾਂ ਜੋ ਹੋ ਗਈਆਂ ਉਹਦੇ ਤੇ ਮਿੱਟੀ ਪਾਈਏ, ਇਕੱਠੇ ਹੋ ਕੇ ਲੜੀਏ, ਏਕੇ 'ਚ ਰਹਿ ਕੇ ਲੜੀਏ। ਤੁਸੀਂ ਵੇਖੋ ਡਿਬਡਬਾ ਸਾਹਿਬ, ਨਵਰੀਤ ਨੇ ਆਪਦੀ ਜਾਨ ਵਾਰ ਗਿਆ, ਉਹ ਡਿਬਡਬਾ ਸਾਹਿਬ ਵੀ ਉੱਥੋਂ ਸੰਘਰਸ਼ ਤੋਂ ਉਹਨਾਂ ਦਾ ਦਿਲ ਟੁੱਟਿਆ। ਉਹ ਮੈਨੂੰ ਐਂ ਲੱਗਦਾ, ਇਹ ਮੇਰੀ ਅੰਡਰਸਟੈਂਡਿੰਗ ਆ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਪਰ ਉਹ ਸੰਘਰਸ਼ ਤੋਂ ਪਾਸੇ ਹੋ ਗਏ ਜਾਂ ਕੀਤੇ ਗਏ। ਜਿਹੜੇ ਬੰਦੇ ਜਿਨ੍ਹਾਂ ਦੇ ਪਰਿਵਾਰ ਜਾਨ ਮਾਰ ਗਏ, ਆਪਦੀ ਵਾਰ ਗਏ ਸੰਘਰਸ਼ ਤੋਂ, ਜਿਨ੍ਹਾਂ ਨੇ ਕੁਰਬਾਨੀਆਂ ਕਰਤੀਆਂ, ਅਸੀਂ ਉਹਨਾਂ ਨੂੰ ਕਿਵੇਂ ਦਰਕਿਨਾਰ ਕਰ ਸਕਦੇ ਹਾਂ? ਸੋ ਏਕੇ 'ਚ ਰਹਿ ਕੇ ਇਕੱਠੇ ਹੋ ਕੇ ਅਸੀਂ ਸੰਘਰਸ਼ ਲੜੀਏ। ਅੱਜ ਸਾਡੇ ਕਿਸੇ ਬੰਦੇ ਤੇ, ਅੱਜ ਮੈਂ ਜਿਵੇਂ ਲੱਖੇ ਦੇ ਘਰੇ ਜਾ ਕੇ ਮਾਤਾ ਨੂੰ ਤੇ ਬਾਪੂ ਜੀ ਨੂੰ ਮਿਲ ਕੇ ਆਇਆ, ਸਿਰਫ ਪਰਿਵਾਰ ਨੂੰ ਇੱਕੋ ਹੀ ਗੱਲ ਕਹਿ ਕੇ ਆਇਆ ਵੀ ਅਸੀਂ ਐਜ਼ ਆ ਫੈਮਿਲੀ ਤੁਹਾਡੇ ਨਾਲ ਆ ਜੀ। ਇਹ ਗੱਲਾਂ ਆਪਾਂ ਨੂੰ ਨਜਿੱਠਣੀਆਂ ਪੈਣੀਆਂ, ਇਕੱਠੇ ਰਲ ਮਿਲ ਕੇ ਨਜਿੱਠਣੀਆਂ ਪੈਣੀਆਂ। ਸੋ ਕੋਈ ਗੱਲ ਨਹੀਂ, ਜੇ ਕੱਲ ਨੂੰ ਕੋਈ ਭੀੜ ਪੈਂਦੀ ਆ ਤਾਂ ਮੈਂ ਸਿਰਫ ਇੱਕ ਫੋਨ ਕਾਲ ਅਵੇ ਆ, ਤੇ ਤੁਸੀਂ ਜਦੋਂ ਵੀ ਮੇਰੇ ਨਾਲ ਕਿਸੇ ਵੀ ਤਰ੍ਹਾਂ ਗੱਲ ਕਰ ਸਕਦੇ ਹੋ। ਤੇ ਬਾਕੀ ਮੈਂ ਉਹ ਸਾਰੇ ਪ੍ਰੋਸੈਸ 'ਚੋਂ ਲੰਘਿਆ ਆ। ਹਜੇ ਲੱਖੇ ਨੇ ਫੇਸ ਕਰਨਾ, ਜਾਂ ਤਾਂ ਬਾਰ-ਬਾਰ ਗੱਲ ਨਿਬੜਦੀ ਆ ਤਾਂ ਬਾਹਲੀ ਵਧੀਆ ਗੱਲ ਆ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਮਿਹਰ ਕਰਦੇ, ਜੇ ਨਹੀਂ ਨਿਬੜਦੀ ਤਾਂ ਆਪਾਂ ਨਾਲ ਖੜੇ ਆ। ਸੋ 3-4 ਜਿਹੜੀਆਂ ਗੱਲਾਂ ਆਪਣੀਆਂ ਕਰਨੀਆਂ ਬੜੀਆਂ ਜ਼ਰੂਰੀ ਸੀ। ਇੱਕ ਤਾਂ ਮੈਂ ਕੋਈ ਪਾਰਟੀ ਨਹੀਂ ਜੁਆਇਨ ਕਰ ਰਿਹਾ, ਦੂਜਾ ਹਰਿਆਣੇ ਤੇ ਪੰਜਾਬ 'ਚ ਬਹੁਤ ਗੂੜੀ ਸਾਂਝ ਆ, ਤੇ ਉਸ ਸਾਂਝ ਨੂੰ ਅਸੀਂ ਹੋਰ ਗੂੜਾ ਕਰਨਾ। ਅਸੀਂ ਇੱਕ ਦੂਜੇ ਦੇ ਪੂਰਕ ਆ, ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ ਕਦੇ ਵੀ। ਤੇ ਸਾਨੂੰ ਹਰਿਆਣੇ ਵਾਲੇ ਬਾਈਆਂ ਤੇ ਸਾਡਿਆਂ ਤੇ ਮਾਣ ਆ ਤੇ ਹਮੇਸ਼ਾ ਹੀ ਰਹੂਗਾ। ਤੀਜਾ, ਬੱਬੂ ਮਾਨ ਨਾਲ ਮੇਰਾ ਕੋਈ ਨਿੱਜੀ ਵੈਰ ਵਿਰੋਧ ਨਹੀਂ ਆ, ਉਹ ਗੱਲ ਸਿਧਾਂਤਕ ਆ, ਗੱਲ ਜ਼ਮੀਰਾਂ ਦੀ ਆ। ਉਹ ਜਦੋਂ ਬਿਆਨ ਦੇਣ ਤਾਂ ਉਹ ਡਟ ਕੇ ਸਪਸ਼ਟ ਰੂਪ 'ਚ ਬਿਆਨ ਦੇਣ। ਤੁਸੀਂ ਆਪ ਇਸ ਗੱਲ ਦਾ ਫੈਸਲਾ ਕਰ ਸਕਦੇ ਹੋ ਜੇ ਮੈਂ ਕੋਈ ਗਲਤ ਗੱਲ ਕਹੀ ਹੋਵੇ। ਚੌਥੀ, ਜਿਹੜੇ ਢੱਡਰੀਆਂ ਵਾਲੇ ਬਾਬੇ ਆ, ਉਹਨਾਂ ਨੇ ਜਿਸ ਤਰ੍ਹਾਂ ਧਰਮ ਨੂੰ, ਜਿਸ ਤਰ੍ਹਾਂ ਗੁਰੂ ਨੂੰ, ਗਿਆਨ ਨੂੰ, ਅਧਿਆਤਮ ਨੂੰ ਡਿਫਾਈਨ ਕੀਤਾ, ਉਹ ਇੱਕ ਨਵੇਂ ਗਿਆਨ ਵਿਗਿਆਨ ਤੇ ਇੱਕ ਮਾਡਰਨ ਜਿਹੜੀ ਇਹ ਐਜੂਕੇਸ਼ਨ ਚੱਲ ਰਹੀ ਆ ਉਸ ਆਧਾਰ ਤੇ ਡਿਫਾਈਨ ਕਰੀ ਜਾਂਦੇ ਆ। ਪਰ ਇਹ ਗੱਲਾਂ ਜਿਹੜੀਆਂ, ਇਹ ਰਮਜ਼ਾਂ ਜਿਹੜੀਆਂ, ਇਹਨਾਂ ਨੂੰ ਸਮਝਣ ਵਾਸਤੇ ਮੈਨੂੰ ਐਂ ਲੱਗਦਾ ਵੀ ਉਹ ਵਾਕਈ ਕੋਈ ਬ੍ਰਹਮ ਗਿਆਨੀ ਹੀ ਵਿਆਖਿਆ ਕਰ ਸਕਦਾ, ਸਾਡੇ ਕਿੱਥੇ ਵੱਸ ਦੀ ਗੱਲ ਆ। ਸੋ ਉਹਨਾਂ ਨੂੰ ਮੈਂ ਇੱਕ ਵਾਰੀ ਇਹ ਵੀ ਗੱਲ ਕਹਿਣਾ ਵੀ ਬੜੇ ਸੰਗਤ ਦੇ ਮਨਾਂ 'ਚ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਉਦੋਂ ਦੁੱਖ ਹੁੰਦਾ, ਪਰ ਕੋਈ ਕਹਿੰਦਾ ਨਹੀਂ। ਤੇ ਮੈਂ ਆ ਕੇ ਇਹ ਗੱਲਾਂ ਛੇੜ ਲੀਆਂ। ਇਸ ਲਈ ਮੈਨੂੰ ਬਹੁਤ ਬੰਦੇ ਇਹ ਵੀ ਕਹਿ ਰਹੇ ਆ ਵੀ ਬਾਈ ਇੰਨੇ ਫਰੰਟ ਇੱਕੋ ਵਾਰੀ ਖੋਲ੍ਹਤੇ ਯਾਰ। ਬਾਈ ਜੀ, ਜਦੋਂ ਸਿਧਾਂਤ ਤੇ ਗੱਲ ਆਊਗੀ ਉਦੋਂ ਚਾਹੇ 15-20-100 ਫਰੰਟ ਕਿਹੜਾ ਨਾ ਇਕੱਠੇ ਖੁੱਲ੍ਹ ਜਾਣ, ਉਦੋਂ ਸਰਕਾਰ ਨਾਲ ਵੀ ਲੜਾਂਗੇ ਤੇ ਉਹਨਾਂ ਬੰਦਿਆਂ ਨਾਲ ਵੀ ਲੜਾਂਗੇ ਜਿਹੜੇ ਬੰਦੇ ਸਿਧਾਂਤ ਤੇ ਪਹਿਰਾ ਨਹੀਂ ਦਿੰਦੇ। ਸੋ ਸਿਧਾਂਤਕ ਵਿਰੋਧਤਾ ਜਾਰੀ ਰਹੂਗੀ, ਸਪਸ਼ਟ ਤੇ ਖੁੱਲ੍ਹੇ ਰੂਪ 'ਚ ਜਾਰੀ ਰਹੂਗੀ। ਅਦਰਵਾਈਜ਼ ਨਿੱਜੀ ਤੌਰ ਤੇ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਆ। ਸੰਘਰਸ਼ ਅਸੀਂ ਏਕੇ 'ਚ ਰਹਿ ਕੇ ਲੜੀਏ, ਏਕਾ ਹੀ ਸਾਡੀ ਤਾਕਤ ਆ।
ਤੇ ਉਸੇ ਆਧਾਰ ਤੇ ਅਸੀਂ ਜਿੱਤ ਆਪਦੀ ਉੱਥੋਂ ਲੈ ਕੇ ਪੰਜਾਬ ਨੂੰ ਤੇ ਆਪਦੇ ਘਰਾਂ ਨੂੰ ਵਾਪਸ ਆ ਸਕਦੇ ਹਾਂ। ਇੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀ। ਬਾਕੀ ਜਿਹੜੇ ਸਾਡੇ ਸਿੰਗਰ ਭਰਾਵਾਂ ਨੇ ਸਾਥ ਦਿੱਤਾ ਉਹਨਾਂ ਦੇ ਨਾਲ ਤਾਂ ਹਮੇਸ਼ਾ ਹੀ ਖੜੇ ਆ, ਪਰ ਕਈ ਬੰਦਿਆਂ ਨੇ ਜਿਨ੍ਹਾਂ ਨੇ ਨਹੀਂ ਸਾਥ ਦਿੱਤਾ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਤੁਹਾਡਾ ਪ੍ਰੋਫੈਸ਼ਨ ਵੀ ਤੁਹਾਡਾ ਸਭ ਕੁਝ ਚਲਾਇਆ। ਤੁਸੀਂ ਪੰਜਾਬ ਤੇ ਜਦੋਂ ਭੀੜ ਪਈ ਆ ਤਾਂ ਕਲਾਕਾਰ ਭਾਈਚਾਰੇ ਨੇ ਜਿਹੜੇ ਨੇ ਸਾਥ ਦਿੱਤਾ ਬਾਈ ਜੀ, ਉਹ ਤਾਂ ਨਾਲ ਹੀ ਆ। ਜਿਨ੍ਹਾਂ ਨੇ ਨਹੀਂ ਦਿੱਤਾ ਉਹਨਾਂ ਨੂੰ ਫਿਰ ਆਪ ਸੋਚ ਲੈਣੀ ਚਾਹੀਦੀ ਆ ਗੱਲ। ਪਰ ਜੇ ਮੈਂ ਫਿਰ ਵੀ ਕਿਸੇ ਟੋਟੈਲਿਟੀ 'ਚ ਮੇਰੇ ਤੋਂ ਇਹ ਗੱਲ ਹੋ ਗਈ ਹੋਵੇ ਵੀ ਸਾਡੇ ਸਿੰਗਰ ਵੀ ਨਾਲ ਨਹੀਂ ਆ, ਨਹੀਂ, ਉਹ ਵੀ ਮੈਂ ਗੱਲ ਨੂੰ ਦੁਬਾਰਾ ਰੀਫਰੇਜ਼ ਕਰਦਾ। ਉਹ ਜਿਹੜੀ ਉਹਦਾ ਮਕਸਦ ਇਹੀ ਸੀ ਵੀ ਜਦੋਂ ਲੋੜ ਪੈਂਦੀ ਆ, 26 ਤਰੀਕ ਨੂੰ ਲੋੜ ਸੀ ਬਾਈ, 26 ਤਰੀਕ ਨੂੰ ਲੋੜ ਕਿਉਂ ਸੀ ਤੁਸੀਂ ਇਹ ਵੇਖੋ। ਉਸ ਵੇਲੇ ਸਰਕਾਰ ਨੇ ਇੱਕ ਨੈਰੇਟਿਵ ਚਲਾਇਆ। ਉਹ ਨੈਰੇਟਿਵ ਕੀ ਸੀ? ਨਿਸ਼ਾਨ ਸਾਹਿਬ ਨੂੰ ਉੱਥੋਂ ਜਾਂ ਇੱਕ ਸਾਡੇ ਫਲਸਫੇ ਨੂੰ, ਸਿੱਖ ਫਲਸਫੇ ਨੂੰ, ਕੌਮ ਦੇ ਫਲਸਫੇ ਨੂੰ ਉੱਥੋਂ ਗਾਇਬ ਹੀ ਕਰ ਦੇਣਾ। ਇੱਕ ਵਾਰੀ ਤਾਂ ਇਸ ਨੈਰੇਟਿਵ 'ਚ ਸਾਡੀ ਲੀਡਰਸ਼ਿਪ ਵੀ ਆਈ, ਉਹਨਾਂ ਨੇ ਸਾਥ ਦਿੱਤਾ। ਹੁਣ ਉਦੋਂ ਤਾਂ ਉੱਥੇ ਹੋ ਸਕਦਾ ਸਾਡੇ ਬੰਦੇ ਆਈਸੋਲੇਟ ਹੋ ਗਏ ਹੁਣ, ਨਿਸ਼ਾਨ ਸਾਹਿਬ ਵੀ ਘਟ ਗਏ ਹੁਣ, ਤੇ ਅਸੀਂ ਦੇਖਿਆ ਵੀ ਉੱਥੇ ਨਿਸ਼ਾਨ ਸਾਹਿਬ ਸੰਸਕਾਰ ਵੀ ਹੋਏ ਉਸੇ ਡਰ 'ਚੋਂ, ਜਿਹੜਾ ਡਰ ਮਾਨਸਿਕਤਾ 'ਚ ਪਾਤਾ। ਪਰ ਲੌਂਗ ਰਨ 'ਚ ਤੁਸੀਂ ਦੇਖੋਗੇ ਤਾਂ ਲੌਂਗ ਰਨ 'ਚ ਅੱਜ ਸਾਡੀ ਲੀਡਰਸ਼ਿਪ ਨੂੰ ਚਿੱਠੀਆਂ ਲਿਖਣੀਆਂ ਪੈ ਰਹੀਆਂ, ਅਗਲੇ ਤਾਂ ਮੀਟਿੰਗ ਲਈ ਨਹੀਂ ਸਾਨੂੰ ਬੁਲਾ ਰਹੇ। ਸੋ ਤੁਸੀਂ ਗੱਲਾਂ ਨੂੰ ਜੇ ਆਪਾਂ ਸਮਝਾਂਗੇ ਨਹੀਂ, ਗੱਲਾਂ ਨੂੰ ਵਿਚਾਰਾਂਗੇ ਨਹੀਂ, ਤੇ ਅਸੀਂ ਗੱਲਾਂ ਨੂੰ ਜਦੋਂ ਇੱਕ ਉਸ ਕਟਹਿਰੇ 'ਚ ਪਾ ਕੇ ਨਹੀਂ ਦੇਖਾਂਗੇ ਜਿਹੜਾ ਵਿਵੇਕ ਸਾਨੂੰ ਗੁਰੂ ਸਾਹਿਬ ਨੇ ਦਿੱਤਾ, ਫਿਰ ਸਾਡੇ ਪੱਲੇ ਕੁਛ ਨਹੀਂ ਪੈਣਾ। ਫਿਰ ਆਈਂ ਤੁਰਦੇ ਫਿਰਦੇ ਅਸੀਂ ਟਾਈਮ ਹੀ ਪਾਸ ਕਰਾਂਗੇ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ, ਜਿਉਂਦੇ ਵਸਦੇ ਰਹੋ। ਮੈਂ ਕਦੇ ਵੀ ਕਿਸੇ ਦੇ ਉਲਟ ਨਿੱਜ ਦੇ ਤੌਰ ਤੇ ਜਾ ਕੇ ਕਦੇ ਵੀ ਗੱਲ ਨਹੀਂ ਕਰ ਸਕਦਾ। ਮੇਰਾ ਜਿਹੜਾ ਵਿਰੋਧ ਜਾਂ ਮੇਰਾ ਕਿਸੇ ਤਰ੍ਹਾਂ ਦੀ ਵੀ ਕੋਈ ਸਟੇਟਮੈਂਟ ਹੋਊਗੀ ਉਹ ਸਿਧਾਂਤ ਦੇ ਆਧਾਰ ਤੇ ਹੋਊਗੀ। ਨਿੱਜੀ ਮੇਰੀ ਕੋਈ ਲੜਾਈ ਨਹੀਂ ਆ। ਸਾਡੀ ਲੜਾਈ ਪੰਜਾਬ ਦੀ ਆ, ਪੰਜਾਬ ਲਈ ਖੜੇ ਆ ਤੇ ਪੰਜਾਬ ਲਈ ਲੜ ਰਹੇ ਆ, ਆਪਦੀ ਧਰਤੀ ਆਪਦੇ ਲੋਕਾਂ ਲਈ ਲੜ ਰਹੇ ਆ। ਇਸ ਲਈ ਵਚਨਬੱਧ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।